ਸੋ ਪ੍ਰਭੂ ਦਾ ਧੰਨਵਾਦ ਜੀ ਖੁਦਾ ਦੇ ਵਚਨ ਦੇ ਵਿੱਚੋਂ ਮਿਲਾਪ ਦਾ ਤੰਬੂ। ਮਿਲਾਪ ਦਾ ਤੰਬੂ ਸ਼ਬਦ ਦਾ ਮਤਲਬ ਜਿੱਥੇ ਖੁਦਾ ਆਪਣੇ ਲੋਕਾਂ ਨਾਲ ਕੀ ਕਰਦਾ ਸੀਗਾ, ਮਿਲਾਪ ਕਰਦਾ ਸੀ, ਮੇਲ ਕਰਦਾ ਸੀ, ਇਸ ਲਈ ਉਹਨੂੰ ਮਿਲਾਪ ਦਾ ਤੰਬੂ ਕਿਹਾ ਗਿਆ। ਜਿੱਦਾਂ ਤੁਸੀਂ ਤਸਵੀਰ ਵਿੱਚ ਦੇਖਿਆ ਹੈ, ਸੈਂਟਰ ਦੇ ਵਿੱਚ ਜਿਹੜਾ ਕਨਾਤ ਲੱਗੀ, ਉਹਦੇ ਅੰਦਰ ਫਿਰ ਤੰਬੂ ਲੱਗਾ ਪਿਆ ਹੈ, ਇਹਨੂੰ ਕਹਿੰਦੇ ਮਿਲਾਪ ਦਾ ਤੰਬੂ। ਉਹਦੇ ਬਾਰੇ ਕਾਫੀ ਕੁਛ ਅਸੀਂ 7-8 ਸਾਲਾਂ ਦੇ ਵਿੱਚ ਸਿੱਖਿਆ, ਪ੍ਰਭੂ ਨੇ ਕਿਰਪਾ ਕੀਤੀ। ਔਰ ਅਸੀਂ ਅੱਗਿਓਂ ਹੁਣ ਅਸੀਂ ਦੇਖਣ ਜਾ ਰਹੇ ਸੀਗੇ ਪਵਿੱਤਰ ਸਥਾਨ, ਔਰ ਪਵਿੱਤਰ ਸਥਾਨ ਤੋਂ ਬਾਅਦ ਪੜਦਾ, ਔਰ ਪੜਦੇ ਤੋਂ ਬਾਅਦ ਫਿਰ ਅਤੀ ਪਵਿੱਤਰ ਸਥਾਨ, ਔਰ ਅਤੀ ਪਵਿੱਤਰ ਸਥਾਨ ਦੇ ਵਿੱਚ ਸੰਦੂਕ। ਹਾਲੇਲੂਇਆ। ਸੰਦੂਕ ਦੇ ਵਿਸ਼ੇ ਦੇ ਵਿੱਚ ਆਪਾਂ ਸਿੱਖ ਰਹੇ ਹਾਂ। ਔਰ ਕਿੱਥੇ ਤੱਕ ਪਹੁੰਚੇ ਸੀ ਆਪਾਂ? 6 ਗੱਲਾਂ ਲਿਖਾਈਆਂ ਸੀ ਬਸ ਜੀ, ਵਿਵਸਥਾ ਸਾਰ ਦੇ ਵਿੱਚ 10 ਦੀ 1 ਤੋਂ 5 ਦੇ ਵਿੱਚ। 10 ਦੀ 1 ਤੋਂ 5 6 ਗੱਲਾਂ। 6ਵੀਂ ਗੱਲ, ਪ੍ਰਾਚੀ ਦਾ ਢੱਕਣ ਪੂਰੇ ਸੋਨੇ ਦਾ ਹੈ ਅਤੇ ਇਹ ਬਹੁਤ ਭਾਰੀ ਸੀ। ਪ੍ਰਾਚੀ ਦਾ ਢੱਕਣ ਪੂਰਾ ਸੋਨੇ ਦਾ, ਜਿਹੜਾ ਉੱਤੇ ਢੱਕਣ ਸੀਗਾ ਸੰਦੂਕ ਦੇ ਉੱਤੇ। ਕਿਸ਼ੋ ਜੇ ਕੰਮ ਕਰਨਾ ਪੈਂਦਾ, ਤੁਸੀਂ ਮਾੜਾ ਜਿਹਾ ਜਾਓ ਕਿ ਨਾ ਜਿਹੜੇ ਪੇਪਰ ਪਏ ਆ ਆਪਣੀ ਮਸ਼ੀਨ ਦੇ, ਇੱਕ ਪੇਪਰ ਥੱਲੇ ਉਹ ਮਿਲਾ ਕੇ ਤੰਬੂ ਦਾ ਸੰਦੂਕ ਦਾ ਫੋਟੋ ਉੱਪਰ ਹੀ ਉਹਦੇ ਮਸ਼ੀਨ ਜਿਹੜੀ ਆਪਣੀ ਪ੍ਰਿੰਟਿੰਗ, ਹਾਂ ਉਹਦੇ ਉੱਤੇ ਜਿਹੜੇ ਕਾਗਜ਼ ਪਏ ਉੱਤੇ ਇੱਕ ਕਾਗਜ਼ ਦੇ ਥੱਲੇ ਸੰਦੂਕ ਦੀ ਫੋਟੋ ਅੱਛਾ। ਸੋ ਉਹਦਾ ਢੱਕਣ ਜਿਹੜਾ ਆ ਉਹ ਪੂਰਾ ਕੀ ਆ, ਖਾਲਸ ਸੋਨੇ ਦਾ। ਔਰ ਡੰਡੇ ਵੀ ਸੋਨੇ ਨਾਲ ਮੜੇ ਹਨ। ਜਿਹੜੇ ਸੰਦੂਕ ਦੇ ਆਸੇ ਪਾਸੇ 2 ਕਲਿੱਪ ਛੱਲੇ ਲੱਗੇ ਹੋਏ ਦੋਨਾਂ ਪਾਸੇ, 2 ਇੱਧਰ ਤੇ 2 ਉੱਧਰ, ਉਹਨਾਂ ਦੇ ਵਿੱਚੋਂ ਦੀ ਡੰਡਾ ਲਗਾ ਦਿੰਦੇ ਸੀਗੇ ਜਿੱਦਾਂ ਡੋਲੀ ਦਾ ਹੁੰਦਾ। ਇਸੇ ਪ੍ਰਕਾਰ ਉਹ ਡੰਡੇ ਜਿਹੜੇ ਸੀ ਲੱਗੇ, ਡੰਡਿਆਂ ਨੂੰ ਵੀ ਕਾਹਦੇ ਨਾਲ ਮੜਿਆ ਗਿਆ ਸੀਗਾ, ਠੀਕ ਹੈ ਜੀ। ਔਰ ਅਗਲੀ ਗੱਲ, ਲੰਬਾਈ 4 ਫੁੱਟ ਸੀਗੀ ਉਹਦੀ, ਚੌੜਾਈ ਅਤੇ ਉਚਾਈ 2.5 ਫੁੱਟ ਸੀ। ਲੰਬਾਈ 4 ਫੁੱਟ ਯਾਨੀ ਕਿ ਇੰਨੀ, ਔਰ ਜਿਹੜੀ ਉਚਾਈ ਸੀਗੀ ਉਹ 2.5 ਫੁੱਟ ਯਾਨੀ ਕਿ ਇੰਨੀ। ਠੀਕ ਹੈ। ਅਗਲੀ ਗੱਲ, ਡੇਰਾ ਖੜਾ ਕਰਨ ਵੇਲੇ ਆਂਗਨ ਤੋਂ ਪਵਿੱਤਰ ਸਥਾਨ ਤੱਕ ਹੈ। ਡੇਰਾ ਜਿਹੜਾ ਨਾ ਖੜਾ ਕਰਨ ਵੇਲੇ ਆਂਗਨ ਤੋਂ ਕਿੱਥੋਂ ਹੈ, ਪਵਿੱਤਰ ਸਥਾਨ ਤੱਕ ਹੈ। ਠੀਕ ਹੈ ਜੀ। ਆ ਜਿਹੜਾ ਆਪਾਂ ਸੰਦੂਕ ਦੇ ਬਾਰੇ ਆਪਾਂ ਸਿੱਖ ਰਹੇ ਹਾਂ, ਇਹ ਆ ਸੰਦੂਕ ਦੇ ਜਿੱਦਾਂ ਡੰਡੇ ਵਿੱਚੋਂ ਗਏ ਹੋਏ ਨਾ, ਇਹਦੇ ਨਾਲ ਇਹਨਾਂ ਨੂੰ ਫੜ ਕੇ ਕੀ ਕਰਦੇ ਸੀ, ਉਹ ਚੱਕਦੇ ਸੀਗੇ। ਉੱਪਰ ਆ ਜਿਹੜਾ ਢੱਕਣ ਆ ਲੱਗਾ ਹੋਇਆ, ਇਹਨੂੰ ਜਿਹੜਾ ਢੱਕਦਾ, ਔਰ ਢੱਕਣ ਦੇ ਉੱਤੇ ਕੀ ਆ, ਫਰਿਸ਼ਤੇ ਆ। ਠੀਕ ਹੈ, ਇੱਕ ਦੂਸਰੇ ਵੱਲ ਨੂੰ ਕੀ ਕੀਤੇ ਆ, ਝੁਕੇ ਪਏ ਆ, ਹਨਾ। ਔਰ ਇਹ ਸਾਰੀਆਂ ਗੱਲਾਂ ਨੂੰ ਆਪਾਂ ਬਾਅਦ ਵਿੱਚ ਇੱਕ ਇੱਕ ਕਰਕੇ ਸੁਣਾਂਗੇ। ਤੋਂ ਬਾਅਦ ਇੱਥੇ ਪੱਕਾ ਲਗਾ ਦੇਣਾ ਇਸ ਫੋਟੋ ਨੂੰ, ਮੈਂ ਜੇ ਕੱਢਿਆ ਸੀ ਪ੍ਰਿੰਟਰ। ਠੀਕ ਹੈ। ਡੇਰਾ ਜਿਹੜਾ ਆ ਖੜਾ ਕਰਨ ਵੇਲੇ ਆਂਗਨ ਤੋਂ ਪਵਿੱਤਰ ਸਥਾਨ ਤੱਕ ਹੈ। ਠੀਕ ਹੈ। ਅਗਲੀ ਗੱਲ, ਪਰ ਬਣਾਇਆ ਪਹਿਲੇ ਸੰਦੂਕ ਹੀ ਹੈ। ਆਂਗਨ ਤੋਂ ਪਵਿੱਤਰ ਸਥਾਨ ਤੱਕ ਕੀ ਹੈ ਭਲਾ, ਡੇਰਾ। ਇਹਨੂੰ ਡੇਰਾ ਵੀ ਕਿਹਾ ਗਿਆ ਨਾ, ਮਿਲਾਪ ਦੇ ਤੰਬੂ ਨੂੰ ਕਿਹਾ ਡੇਰਾ। ਕਿੱਥੋਂ ਤੱਕ ਆ, ਪਿੱਛੋਂ ਜਿਹੜਾ ਮੇਨ ਦਰਵਾਜ਼ਾ, ਵੱਡਾ ਦਰਵਾਜ਼ਾ ਆ ਕਨਾਤ ਦੇ ਵਿੱਚ ਇੱਥੇ ਲੱਗਾ ਪਿਆ ਆ, ਵੱਡਾ ਦਰਵਾਜ਼ੇ ਤੋਂ ਲੈ ਕੇ ਅੱਗੇ ਵਿਹੜਾ ਆ, ਵਿਹੜੇ ਤੋਂ ਲੈ ਕੇ ਅੱਗੇ ਅਤੀ ਪਵਿੱਤਰ ਸਥਾਨ ਤੱਕ ਆ। ਪਰ ਬਣਾਇਆ ਪਹਿਲਾਂ ਕੀ ਗਿਆ ਸੀ, ਸੰਦੂਕ। ਕੋਈ ਚੀਜ਼ ਹੋਰ ਨਹੀਂ ਬਣਾਏਗੀ, ਸਭ ਤੋਂ ਪਹਿਲਾਂ ਕੀ ਬਣਾਇਆ ਗਿਆ, ਸੰਦੂਕ। ਆਪਾਂ ਘਰ ਬਣਾਉਨੇ ਆ, ਪਹਿਲਾਂ ਫਰਨੀਚਰ ਬਣਾਉਨੇ ਕਿ ਘਰ, ਹਨਾ, ਪਹਿਲਾਂ ਘਰ ਬਣਾਉਣੇ, ਫਿਰ ਉਸ ਹਿਸਾਬ ਦੇ ਨਾਲ ਕੀ ਰੱਖਿਆ ਜਾਂਦਾ ਉੱਤੇ, ਫਰਨੀਚਰ, ਜੋ ਜੋ ਚੀਜ਼ਾਂ, ਸ਼ੋ ਰੂਮ ਕੁਝ ਵੀ ਆ। ਪਰ ਇੱਥੇ ਕੀ ਕੀਤਾ ਗਿਆ, ਸਭ ਤੋਂ ਪਹਿਲਾਂ ਕੀ ਕੀਤਾ ਗਿਆ ਆ, ਸੰਦੂਕ ਬਣਾਇਆ ਗਿਆ। ਆਇਆ ਸਭ ਤੋਂ ਪਹਿਲਾਂ ਸੰਦੂਕ ਬਣਾਇਆ ਗਿਆ, ਫਿਰ ਤੰਬੂ ਬਣਾਇਆ ਗਿਆ। ਅਗਲੀ ਗੱਲ, ਢੱਕਣ ਉੱਪਰ ਪਰਮੇਸ਼ਰ ਦੀ ਮਹਿਮਾ ਸਾਫ਼-ਸਾਫ਼ ਨਜ਼ਰ ਆਉਂਦੀ ਹੈ ਜੋ ਟਿਕੀ ਹੋਈ ਹੈ। ਸੋ ਉੱਪਰੋਂ ਜਿਹੜਾ ਪਿੱਲਰ ਆਪਾਂ ਦੇਖਦੇ ਹਾਂ, ਉੱਤੇ ਆ ਬੱਦਲ ਤੁਸੀਂ ਦੇਖਦਾ ਹੋਣਾ, ਬੱਦਲ ਵਿੱਚੋਂ ਇੱਕ ਥੱਲੇ ਨੂੰ ਪਿੱਲਰ ਨਿਕਲਿਆ ਪਿਆ ਬੱਦਲ ਦਾ ਹੀ। ਠੀਕ ਹੈ, ਉਹ ਕਿੱਥੇ ਜਾ ਰਿਹਾ ਆ,
ਅਤੀ ਪਵਿੱਤਰ ਸਥਾਨ ਦੇ ਏਰੀਏ ਦੇ ਵਿੱਚ, ਤੇ ਉੱਥੋਂ ਅਤੀ ਪਵਿੱਤਰ ਸਥਾਨ ਦੇ ਵਿੱਚ ਕੀ ਪਿਆ ਭਲਾ? ਸੰਦੂਕ ਪਿਆ, ਤੇ ਸਿੱਧਾ ਜਲਾਲ ਆ ਕੇ ਪ੍ਰਮਾਤਮਾ ਦਾ ਨੂਰ ਕਿੱਥੇ ਠਹਿਰਿਆ ਪਿਆ? ਸੰਦੂਕ ਦੇ ਢੱਕਣ ਦੇ। ਹਾਲੇਲੂਇਆ। ਆ ਜਾਓ। ਢੱਕਣ ਉੱਪਰ ਪਰਮੇਸ਼ਰ ਦੀ ਮਹਿਮਾ ਸਾਫ਼ ਨਜ਼ਰ ਆਉਂਦੀ ਹੈ, ਜੋ ਟਿਕੀ ਹੈ। ਉਹ ਕੀਤੀ ਹੈ ਭਲਾ? ਉੱਥੇ ਟਿਕੀ ਹੋਈ। ਇਹਦਾ ਮਤਲਬ ਆ, ਜੇ ਤੁਹਾਡੇ ਦਿਮਾਗ 'ਚ ਮੇਰੀ ਗੱਲਾਂ ਦਾ ਕੋਈ ਨਕਸ਼ਾ ਬਣੇ, ਤੇ ਇਹ ਜਿਹੜੀ ਟਿੱਕੀ ਪਈ ਇਹਦਾ ਉੱਪਰੋਂ ਛੱਤ ਆ, 4 ਪਰਦੇ ਪਾਏ ਹੋਏ, ਉਹਦੇ ਵਿੱਚੋਂ ਦੀ ਵੀ ਕ੍ਰਾਸ ਕਰਕੇ ਪਿੱਲਰ ਥੱਲੇ ਨੂੰ ਆ ਰਿਹਾ ਜਿੱਥੇ ਸੰਦੂਕ ਪਿਆ, ਉੱਥੇ ਆ ਕੇ ਟਿੱਕੀ ਪਈ ਇਹ ਜਲਾਲ, ਇਹ ਜੋਤੀ ਪਰਮੇਸ਼ਰ ਦੀ। ਸੋ ਜਦੋਂ ਪਰਮੇਸ਼ਰ ਦਾ ਮਨ ਹੁੰਦਾ ਸੀਗਾ ਕਿ ਹੁਣ ਅੱਗੇ ਮੁਹਾਣਾ ਕਰਨਾ, ਅੱਗੇ ਪੈਂਡਾ ਕਰਨਾ ਆ, ਤੇ ਉਦੋਂ ਕੀ ਹੁੰਦਾ ਸੀਗਾ? ਇਸ ਜਗ੍ਹਾ ਤੋਂ ਇਹ ਪਿੱਲਰ ਕੀ ਹੁੰਦਾ ਸੀਗਾ? ਚੱਕਿਆ ਜਾਂਦਾ ਸੀ ਤੇ ਜਾ ਕੇ ਫਿਰ ਵਾਪਸ ਉੱਪਰ ਬੱਦਲ ਦੇ ਵਿੱਚ ਵੜ ਜਾਂਦਾ ਸੀ। ਸਮਝ ਗਏ? ਛਤਰ ਛਾਇਆ, ਯਾਨੀ ਕਿ ਛਤਰੀ ਦੀ ਜਿਹੜੀ ਡੰਡੀ ਹੈ, ਜਿਹੜੀ ਫੜੀ ਦੀ ਛਤਰੀ ਨੂੰ, ਉਹ ਇੱਥੋਂ ਤੱਕ ਸੀ, ਤੰਬੂ ਤੱਕ। ਠੀਕ ਹੈ, ਇੱਥੋਂ ਫਿਰ ਉਹ ਚੱਕ ਹੋ ਜਾਂਦੀ ਸੀ, ਉੱਪਰੋਂ ਦੀ ਨਿਕਲ ਕੇ ਫਿਰ ਬੱਦਲ ਦੇ ਵਿੱਚ ਵੜ ਜਾਂਦੀ ਸੀ। ਇੱਥੋਂ ਇਸ਼ਾਰਾ ਮਿਲ ਜਾਂਦਾ ਸੀਗਾ ਕਿ ਹੁਣ ਕੂਚ ਦਾ ਵੇਲਾ ਆ ਗਿਆ, ਅੱਗੇ ਸਫ਼ਰ ਕਰਨ ਦਾ ਵੇਲਾ ਆ ਗਿਆ। ਸੋ ਬੱਦਲ ਕੀ ਕਰਦਾ ਸੀ? ਇਹ ਇਧਰੋਂ ਵਿੱਚ ਵੜ ਜਾਂਦਾ ਸੀ ਬੱਦਲ ਦੇ, ਬੱਦਲ ਠਹਿਰਿਆ ਰਹਿੰਦਾ ਸੀਗਾ। ਥੱਲੇ ਕੀ ਹੋ ਜਾਂਦਾ ਸੀ? ਕੰਮ ਸ਼ੁਰੂ ਹੋ ਜਾਂਦਾ ਸੀਗਾ ਸੰਦੂਕ ਆਪਣੇ ਮਿਲਾਪ ਦੇ ਤੰਬੂ ਨੂੰ ਇਕੱਠਾ ਕਰਨ ਦਾ, ਜਾਂ ਕਿ ਜਿੱਦਾਂ ਟੈਂਟ ਪੱਟੀ ਦਾ ਨਾ, ਟੈਂਟ ਨੂੰ ਇਕੱਠਾ ਕਰ ਲੈਣਾ, ਟੈਂਟ ਵਾਲੇ ਆਉਂਦੇ, ਇਸੇ ਪ੍ਰਕਾਰ ਨਾਲ ਇਹ ਕੀਤਾ ਜਾਂਦਾ ਸੀਗਾ। ਉੱਪਰ ਉੱਠ ਗਿਆ, ਥੱਲੇ ਇਹਨਾਂ ਇਕੱਠਾ, ਜਿੱਦਾਂ ਇਕੱਠਾ ਕਰ ਲਿਆ ਤੇ ਉਹਨੇ ਕੀ ਕਰਨਾ ਆ? ਉਹ ਜਿੱਧਰ ਨੂੰ ਉੱਪਰੋਂ ਬੱਦਲ ਤੁਰ ਪਿਆ, ਥੱਲੇ ਇਹਨਾਂ ਨੇ ਆ ਸਾਜੋ ਸਮਾਨ ਲੈ ਕੇ ਕਿੱਧਰ ਨੂੰ ਹੋ ਜਾਣਾ? ਹਾਲੇਲੂਇਆ, ਹਾਲੇਲੂਇਆ। ਕਿਸੇ ਦਿਨ ਪ੍ਰਭੂ ਚਾਹੂਗਾ ਤੇ ਸਕਰੀਨ ਤੇ ਤੁਹਾਨੂੰ ਉਹਦਾ ਸਾਰਾ ਦਿਖਾ ਦਵਾਂਗੇ ਵੀਡੀਓ। ਹਾਂਜੀ, ਢੱਕਣ ਤੋਂ ਉੱਠੀ ਮਹਿਮਾ ਹੀ ਪੂਰੀ ਮੰਡਲੀ ਤੇ ਛਾ ਗਈ। ਜਿਹੜੀ ਢੱਕਣ ਤੋਂ ਉੱਠਦੀ ਸੀ ਮਹਿਮਾ, ਜਲਾਲ ਦਾ ਬੱਦਲ, ਉਹ ਕਿੰਨਿਆਂ ਤੇ ਛਾ ਜਾਂਦਾ ਸੀਗਾ? ਪੂਰੀ ਮੰਡਲੀ ਤੇ ਛਾ ਗਈ। ਅਗਲੀ ਗੱਲ, ਤੰਬੂ 'ਚ ਸਭ ਤੋਂ ਪਹਿਲਾਂ ਵੇਦੀ ਨਜ਼ਰ ਆਉਂਦੀ ਹੈ। ਜਦੋਂ ਇਸ ਮਿਲਾਪ ਦੇ ਤੰਬੂ ਦੇ ਵਿੱਚ ਪ੍ਰਵੇਸ਼ ਕਰਦੇ ਆ, ਤੇ ਅੱਗੇ ਵੱਡਾ ਸਾਰਾ ਕਨਾਤ ਵਿੱਚ ਦਰਵਾਜ਼ਾ ਆ, ਤੇ ਸਭ ਤੋਂ ਪਹਿਲਾਂ ਦਰਵਾਜ਼ੇ ਦੇ ਅੱਗੇ ਕੀ ਪਿਆ? ਇੱਕ ਜਗਵੇਦੀ ਆ, ਜਿੱਥੇ ਅੱਗ ਬਲ ਰਹੀ ਹੈ ਨਾ, ਜਿੱਥੇ ਬਲੀਦਾਨ ਸਾੜਿਆ ਜਾਂਦਾ ਸੀ। ਤੰਬੂ ਵਿੱਚ ਸਭ ਤੋਂ ਪਹਿਲਾਂ ਵੇਦੀ ਨਜ਼ਰ ਆਉਂਦੀ ਹੈ, ਜੋ ਕਹਿੰਦੀ ਹੈ ਤੂੰ ਪਾਪੀ ਹੈ। ਉਹ ਵੇਦੀ ਕੀ ਦੱਸਦੀ ਆ? ਪਿਛਲੇ ਸਮੇਂ 'ਚ ਆਪਾਂ ਉਹਨੂੰ ਪੜ੍ਹੇ ਆਏ ਆ। ਉਹ ਕੀ ਕਹਿੰਦੀ ਭਲਾ? ਤੂੰ ਪਾਪੀ ਆ, ਬਲੀ ਚੜਾਉਣੀ ਹੈ। ਇੱਥੇ ਹੁਣ ਆਇਆ ਆ ਤੇ ਤੇਰਾ ਪਾਪ ਮਾਫ ਹੋ ਸਕਦਾ, ਕੀ ਚੜਾਉਣੇ ਪੈਣੇ ਆ? ਬਲੀ। ਤੇ ਉੱਥੇ ਵੀ ਉਹਨਾਂ ਨੇ ਬਲੀ ਆਪਣੇ ਅਪਰਾਧ ਦੇ ਮੁਤਾਬਕ ਚੜਾਉਣੀ ਪੈਂਦੀ ਸੀ। ਛੋਟੇ ਜਾਨਵਰ ਤੋਂ ਲੈ ਕੇ ਵੱਡੇ ਜਾਨਵਰ ਤੱਕ, ਜਿੱਡਾ ਅਪਰਾਧ ਹੈ ਉਸ ਹਿਸਾਬ ਦਾ ਉਹਨਾਂ ਕੀਮਤੀ ਜਾਨਵਰ ਲਿਆ ਕੇ ਉੱਤੇ ਬਲੀ ਕਰਨਾ ਪੈਂਦਾ ਸੀ। ਸੋ ਅੱਜ ਖੁਦਾ ਨੇ ਸਾਨੂੰ ਕੀ ਕੀਤਾ ਆ? ਜਾਨਵਰਾਂ ਦੀ ਬਲੀ ਕੀ ਕੀਤੀ ਹੋਈ ਨੇ? ਕਿਉਂਕਿ ਇੱਕੋ ਵਾਰੀ ਆਪਣੇ ਪੁੱਤਰ ਦੀ ਬਲੀ ਦੇ ਦਿੱਤੀ ਆ। ਅਸੀਂ ਕਿਹੜੀ ਬਲੀਦਾਨ ਚੜਾਉਣਾ ਆ? ਧੰਨਵਾਦ ਦਾ। ਹਾਲੇਲੂਇਆ, ਹਾਲੇਲੂਇਆ। ਸੋ ਅਸੀਂ ਇੱਥੇ ਕੀ ਕਰਨਾ ਆ? ਅਸੀਂ ਪਾਪਾਂ ਦੀ ਕੀ ਕਰ ਲੈਣੀ ਆ? ਮਾਫੀ ਮੰਗ ਲੈਣੀ। ਕੀ ਕਰ ਲੈਣਾ ਜੀ? ਉੱਥੇ ਕੋਈ ਕਹੇ ਮੈਨੂੰ ਮਾਫ ਕਰ ਦਿਓ, ਨਾ ਜੀ, ਬਲੀ ਦੀ ਲੋੜ ਹੈ, ਬਲੀ ਚੜਾਉਂਗਾ ਤੇ ਮਾਫੀ ਮਿਲੂਗੀ। ਇੱਥੇ ਜਦੋਂ ਅਸੀਂ ਕਹਿੰਦੇ ਆ ਮਾਫ ਕਰ ਦਿਓ, ਤੇ ਕਹਿੰਦਾ ਕਿੱਦਾਂ ਮਾਫ ਕਰੀਏ? ਅਸੀਂ ਕਹਿੰਦੇ ਯਿਸੂ ਦੇ ਨਾਮ ਤੇ ਮਾਫ ਕਰ ਦਿਓ। ਤੇ ਪਰਮੇਸ਼ਰ ਕੀ ਕਹਿੰਦਾ ਹੈ? ਜਾ ਤੇਰੇ ਪਾਪ ਮਾਫ, ਹਾਲੇਲੂਇਆ, ਗਾਂ ਤੋਂ ਪਾਪ ਨਾ ਕਰੀ। ਇੰਨਾ ਸੌਖਾ ਕਰਤਾ ਜ਼ਮਾਨੇ ਵਾਸਤੇ ਅੱਜ। ਨਹੀਂ ਤਾਂ ਜ਼ਮਾਨੇ ਦੇ ਲੋਕ, ਜਿਹੜੇ ਸੰਸਾਰ ਦੇ ਲੋਕ ਆ, ਹਜੇ ਤੱਕ ਵੀ ਕਿੰਨੀ ਜਪ ਤਪ ਕਰ ਰਹੇ ਆ। ਹੁਣ ਇਹਨਾਂ ਜੱਪਾਂ ਤੱਪਾਂ ਦੀ ਕੋਈ ਲੋੜ ਨਹੀਂ, ਨਾ ਖੁਦਾ ਇਹਨਾਂ ਜੱਪਾਂ ਤੱਪਾਂ ਵੱਲ ਧਿਆਨ ਕਰਦਾ। ਅੱਜ ਇੱਕ ਇਨਸਾਨ ਨੂੰ ਜਦੋਂ ਯਿਸੂ ਮਸੀਹ ਦੀ ਉਸ ਬਲੀਦਾਨ ਵੱਲ ਦੇਖਦਾ ਤੇ ਮਾਫੀ ਮੰਗਦਾ ਪਾਪਾਂ ਦੀ, ਪਰਮੇਸ਼ਰ ਨੂੰ ਕੀ ਕਰਦਾ ਆ? ਮਾਫ ਕਰ ਦਿੰਦਾ ਆ। ਹਾਲੇਲੂਇਆ। ਹੋਰ ਕੋਈ ਜਿੰਨੀ ਮਰਜ਼ੀ ਭਗਤੀ ਕਰੀ ਜਾਵੇ, ਉਹਦੇ ਚ ਧਿਆਨ ਨਹੀਂ, ਕਿਉਂਕਿ ਇੱਕ ਬਲੀ ਹੋ ਚੁੱਕੀ ਆ, ਜਿਹੜੀ ਸਿੱਧ ਬਲੀ ਆ। ਸੰਸਾਰ ਦੇ ਲੋਕ ਜਿੰਨੇ ਮਰਜ਼ੀ ਸੋਹਣੇ ਚਾਂਦੀਆਂ ਦੇ ਮੰਦਿਰ ਬਣਾਓ, ਕੁਝ ਵੀ ਬਣਾਓ, ਉੱਥੇ ਜੋ ਮਰਜ਼ੀ ਕਰਨ, ਪਰ ਖੁਦਾ ਉਹਦੇ ਵੱਲ ਧਿਆਨ ਵੀ ਕਰਦਾ ਨਹੀਂ। ਆਜੋ, ਜਦ ਤੱਕ ਤੇਰੇ ਪਾਪ ਢਕੇ ਨਹੀਂ ਜਾਂਦੇ, ਤੂੰ ਪਰਮੇਸ਼ਰ ਦੀ ਹਜ਼ੂਰੀ 'ਚ ਜਾ ਨਹੀਂ ਸਕਦਾ। ਜਦੋਂ ਤੱਕ
ਤੇਰੇ ਪਾਪ ਢੱਕੇ ਨਹੀਂ ਜਾਂਦੇ, ਤੂੰ ਪਰਮੇਸ਼ਰ ਦੀ ਹਜ਼ੂਰੀ ਵਿੱਚ ਜਗਵੇਦੀ ਬੋਲ ਰਹੀ ਇਹ ਗੱਲ ਉੱਥੇ। ਸੋ ਇੱਥੇ ਵੀ ਬੋਲਦੀ, ਇੱਥੇ ਵਚਨ ਬੋਲਦਾ ਜੇਕਰ ਯਿਸੂ ਦੇ ਨਾਮ 'ਚ ਤੇਰੇ ਪਾਪ ਢੱਕੇ ਨਹੀਂ ਜਾਂਦੇ ਤੇ ਤੂੰ ਬੰਦਗੀ ਕਰਨ ਦਾ ਤੈਨੂੰ ਕੋਈ ਹੱਕ ਨਹੀਂ। ਪਹਿਲਾਂ ਤੇਰੇ ਪਾਪ ਕੀ ਹੋਣੇ ਆ? ਢੱਕ ਹੋਣੇ ਆ। ਹਾਲੇਲੂਇਆ। ਪਹਿਲਾਂ ਪਾਪ ਤੇਰੇ ਮਾਫ ਹੋਣੇ ਆ, ਫਿਰ ਤੂੰ ਪ੍ਰਭੂ ਦੇ ਅੱਗੇ ਬੇਨਤੀ ਅਰਦਾਸ ਕਰ ਸਕਦਾ। ਹਾਂ, ਅਗਲੀ ਗੱਲ, ਉਸ ਦੇ ਸਥਾਨ ਤੇ ਮਹਾਜਾਜਕ ਸਾਲ ਵਿੱਚ ਇੱਕ ਵਾਰ ਅੰਦਰ ਜਾਂਦਾ ਸੀ। ਉਸ ਸਥਾਨ ਵਿੱਚ ਜਿਹੜਾ ਅੱਗੇ ਅਤੀ ਪਵਿੱਤਰ ਸਥਾਨ ਹੈ, ਜਿਹੜਾ ਜਿੱਥੇ ਤੱਕ ਆ ਜਗਵੇਦ ਆਪਣੀ ਵਾਚਾ ਦਾ ਸੰਦੂਕ, ਇੱਥੇ ਜਾਜਕ ਕਿੰਨੀ ਵਾਰ ਜਾਂਦਾ? ਮਹਾਜਾਜਕ ਸਾਲ 'ਚ ਇੱਕ ਵਾਰ ਜਾਂਦਾ। ਪਰਮੇਸ਼ਰ ਖੂਨ ਦਾ ਪਿਆਸਾ ਨਹੀਂ, ਜਿੱਦਾਂ ਆਮ ਅਸੀਂ ਦੇਖਦੇ ਹਾਂ ਦੁਨੀਆ ਦੇ ਬੁੱਤ ਜਿਹੜੇ ਆ ਖੂਨ ਮੰਗਦੇ ਆ, ਪਰ ਸਾਡਾ ਪਰਮੇਸ਼ਰ ਖੂਨ ਦਾ ਪਿਆਸਾ ਨਹੀਂ। ਪਰਮੇਸ਼ਰ ਖੂਨ ਦਾ ਪਿਆਸਾ ਨਹੀਂ, ਪਰ ਪਾਪ ਕਿੰਨਾ ਭਿਆਨਕ ਹੈ ਉਸ ਗੱਲ ਨੂੰ ਸਮਝਾਉਣ ਲਈ ਹੈ। ਕਿ ਜਿਹੜਾ ਖੂਨ ਦਾ ਜ਼ਿਕਰ ਹੁੰਦਾ ਆ ਕਿ ਯਿਸੂ ਦੇ ਲਹੂ ਦੇ ਵਿੱਚ ਮਾਫੀ ਆ, ਇਹ ਕਿਹੜੀ ਗੱਲ ਨੂੰ ਸਮਝਾਉਣ ਦੇ ਵਾਸਤੇ ਆ ਕਿ ਪਾਪ ਕਿੰਨਾ ਭਿਆਨਕ ਆ। ਮੇਰੇ ਪਾਪ ਦੇ ਕਾਰਨ ਸਰਵ ਸ਼ਕਤੀਮਾਨ ਪਰਮੇਸ਼ਰ ਦੇਹਧਾਰੀ ਹੋ ਕੇ ਆਇਆ ਤੇ ਉਹਨੇ ਆਪਣਾ ਲਹੂ ਸਾਡੀ ਖਾਤਰ ਬਹਾਇਆ ਆ। ਹਾਲੇਲੂਇਆ। ਹੋਰ ਕਿਸੇ ਦੇ ਲਹੂ ਦਾ ਕਦੀ ਇੰਨਾ ਜ਼ਿਕਰ ਨਹੀਂ, ਹੋਰ ਕਿਸੇ ਲਹੂ 'ਚ ਇੰਨੀ ਸਾਮਰਥ ਨਹੀਂ, ਕੁਝ ਵੀ ਨਹੀਂ। ਪਰ ਪ੍ਰਭੂ ਯਿਸੂ ਮਸੀਹ ਜਿਹੜਾ ਸ਼ਬਦ ਖੁਦਾ ਦਾ ਦੇਹਧਾਰੀ ਹੋ ਕੇ ਆਇਆ, ਉਹਨੇ ਆਪਣਾ ਲਹੂ ਬਹਾਇਆ ਆ। ਸੋ ਇਸ ਗੱਲ ਤੋਂ ਸਾਨੂੰ ਪਤਾ ਲੱਗਦਾ ਸਾਡਾ ਪਾਪ ਕਿੰਨਾ ਭਿਆਨਕ ਹੈ। ਯਾਨੀ ਕਿ ਇਹਦਾ ਮਤਲਬ ਹੈ ਯਿਸੂ ਤੋਂ ਇਲਾਵਾ ਸੰਸਾਰ ਦੇ ਵਿੱਚ ਖੁਦਾ ਨੂੰ ਐਸਾ ਕੋਈ ਮਿਲਿਆ ਹੀ ਨਹੀਂ ਜਿਹਦਾ ਲਹੂ ਬਹਾ ਦਿੱਤਾ ਜਾਵੇ ਤੇ ਪਾਪ ਕੀ ਹੋ ਜਾਵੇ? ਮਾਫ ਹੋ ਜਾਵੇ। ਕਿਉਂਕਿ ਬਿਨਾਂ ਲਹੂ ਬਹਾਏ ਵਚਨ 'ਚ ਲਿਖਿਆ ਮਾਫੀ ਹੈ ਨਹੀਂ। ਕਿਉਂ ਲਹੂ ਬਹਾਏ ਮਾਫੀ ਨਹੀਂ? ਕਿਉਂਕਿ ਤੇਰਾ ਜਿਹੜਾ ਤੂੰ ਪਾਪ ਕੀਤਾ ਆ, ਤੇਰੇ ਪਾਪ ਨੇ ਤੈਨੂੰ ਕਿੱਥੋਂ ਤੱਕ ਲੈ ਗਿਆ? ਮੌਤ ਤੱਕ। ਮੌਤ ਕਦੋਂ ਬੰਦੇ ਦੀ ਹੁੰਦੀ ਆ? ਜਦੋਂ ਉਹਦੇ ਲਹੂ 'ਚ ਕੋਈ ਆ ਜਾਂਦਾ, ਲਹੂ ਸਾਰਾ ਬਹਿ ਜਾਂਦਾ, ਜਾਂ ਲਹੂ ਜਿਹੜਾ ਪਾਣੀ ਹੋ ਜਾਂਦਾ। ਹਾਲੇਲੂਇਆ। ਲਹੂ ਉਹਦੇ ਚੋਂ ਖਤਮ ਹੋ ਜਾਂਦਾ, ਕਿਉਂਕਿ ਲਹੂ ਦੇ ਵਿੱਚ ਪਾਣੀ 'ਚ ਲਿਖਿਆ ਹੈ ਜਾਨ ਆ। ਲਹੂ ਦੇ ਵਿੱਚ ਕੀ ਆ ਭਲਾ? ਜਾਨ ਆ। ਇਸ ਲਈ ਮੇਰੀ ਜਾਨ ਪਾਪ ਦੇ ਕਾਰਨ ਜਿਹੜੀ ਸੀ ਜਾਣੀ ਸੀਗੀ। ਇਸ ਲਈ ਜੇਕਰ ਮੇਰੇ ਲਈ ਕੋਈ ਲਹੂ ਬਹਾ ਦੇਵੇ ਤੇ ਮੇਰਾ ਲਹੂ ਕੀ ਹੋ ਸਕਦਾ ਆ? ਸੇਫ ਹੋ ਸਕਦਾ। ਮੇਰੀ ਜਾਨ ਕੀ ਹੋ ਜਾਂਦੀ ਆ? ਸੇਫ ਹੋ ਜਾਂਦੀ, ਬਚ ਜਾਂਦੀ ਹੈ। ਠੀਕ ਹੈ। ਸੋ ਅਗਲੀ ਗੱਲ, ਇਹੀ ਸੰਦੂਕ ਹੈ ਜਿਸ ਵਿੱਚ ਪਰਮੇਸ਼ਰ ਦੀ ਆਗਿਆ ਦਾ ਨਿਚੋੜ ਰੱਖਿਆ ਹੈ। ਜਿਹੜਾ ਸੰਦੂਕ ਆ, ਇਹਦੇ ਵਿੱਚ ਖੁਦਾ ਨੇ ਕੀ ਰੱਖਿਆ ਭਲਾ? ਆਪਣੀ ਆਗਿਆ ਦਾ ਨਿਚੋੜ ਰੱਖਿਆ। ਜੋ ਪਰਮੇਸ਼ਰ ਦੇ ਸੁਭਾਅ ਨੂੰ ਦਿਖਾਉਂਦਾ ਹੈ। ਹਾਲੇਲੂਇਆ। ਗੱਲਾਂ ਸਮਝ ਆ ਰਹੀਆਂ ਥੋੜ੍ਹੀਆਂ ਬਹੁਤੀਆਂ? ਹਾਂਜੀ। ਠੀਕ ਹੈ। ਵੀ ਸਾਨੂੰ ਪ੍ਰਭੂ ਨੇ ਪਤਾ ਨਹੀਂ ਕਿਹੜੀ ਜ਼ਿੰਮੇਵਾਰੀ ਸੌਂਪ ਦਿੱਤੀ। ਚੰਗੇ ਭਲੇ ਪਾਦਰੀਆਂ ਦਾ ਕੰਮ ਚੱਲਣ ਡਿਆ ਸਾਰੇ ਪਾਸੇ। ਹਾਲੇਲੂਇਆ। ਹੈਨਾ, ਦੁਆ ਕਰੋ, ਭੂਤ ਕੱਢੋ, ਬਿਮਾਰ ਚੰਗਾ ਕਰੋ ਤੇ ਆਪਣਾ ਗਾਹਕ ਬਣਾਓ ਤੇ ਚਲੋ ਆਪਣਾ ਕੰਮ ਚਲਾਓ। ਸਾਨੂੰ ਪਤਾ ਨਹੀਂ ਕਿਹੜੇ ਪੰਗਿਆਂ 'ਚ ਪਾਤਾ। ਹਾਲੇਲੂਇਆ। ਚਲੋ ਆ ਜਾਓ। ਜਦੋਂ ਸੁਲੇਮਾਨ ਨੇ, ਅਗਲੀ ਗੱਲ ਲਿਖੋ, ਜਦੋਂ ਸੁਲੇਮਾਨ ਨੇ ਮੰਦਿਰ ਬਣਾਇਆ ਤਾਂ ਸਿਰਫ ਸੰਦੂਕ ਹੀ ਇਸਤੇਮਾਲ ਕੀਤਾ, ਬਾਕੀ ਸਭ ਨਵਾਂ ਬਣਾਇਆ। ਸੁਲੇਮਾਨ ਨੇ ਜਦੋਂ ਮੰਦਿਰ ਬਣਾਇਆ ਸੀਗਾ, ਕੀ ਇਸਤੇਮਾਲ ਕੀਤਾ ਭਲਾ? ਸੰਦੂਕ। ਕਿ ਮਿਲਾਪ ਦੇ ਤੰਬੂ ਵਾਲੀਆਂ ਚੀਜ਼ਾਂ ਜਿੰਨੀਆਂ ਵੀ ਆਈਆਂ ਅੱਗੇ, ਜਦੋਂ ਸੁਲੇਮਾਨ ਦਾ ਜ਼ਮਾਨਾ ਆਇਆ ਪੱਕਾ ਮੰਦਿਰ ਇਸ ਤਰੀਕੇ ਦਾ ਬਣਾਉਂਦਾ, ਕਿਉਂਕਿ ਇਹ ਤਾਂ ਕੱਪੜੇ ਦਾ ਸੀਗਾ ਨਾ, ਤਖਤਿਆਂ ਦਾ ਸੀਗਾ। ਉਹ ਕਹਿੰਦਾ ਸੀਗਾ ਪੱਥਰਾਂ ਦਾ, ਲੱਕੜ ਦਾ ਸੀਗਾ, ਕਿ ਉਹਨੂੰ ਬਣਾਉਣ ਵੇਲੇ ਬਾਕੀ ਹੋਰ ਕੋਈ ਤੰਬੂ ਦੀ ਚੀਜ਼ ਨਹੀਂ ਵਰਤੀ ਗਈ। ਕਿਹੜੀ ਵਰਤੀ ਗਈ ਭਲਾ? ਉੱਥੇ ਵੀ ਅਤੀ ਪਵਿੱਤਰ ਸਥਾਨ ਦੇ ਵਿੱਚ ਕਿਹੜੀ ਚੀਜ਼ ਰੱਖੀ ਗਈ? ਅਸਲੀ ਸੰਦੂਕ। ਹਾਲੇਲੂਇਆ।
ਇਹ ਸਾਰੀਆਂ ਗੱਲਾਂ ਦਾ ਰਾਜ ਹੈ, ਜੇ ਆਪਾਂ ਨੂੰ ਖਾਲੀ ਸਮਰੀ ਲਿਖ ਰਹੇ ਸਮਰ ਹਨਾ। ਹਾਂ ਆ ਜਾਓ। ਅਗਲੀ ਗੱਲ, ਇਹ ਸੰਦੂਕ ਦਿਖਾਉਂਦਾ ਪਰਮੇਸ਼ਰ ਲੋਕਾਂ ਦੇ ਵਿਚਕਾਰ ਹੈ। ਇਹ ਸੰਦੂਕ ਦਿਖਾਉਂਦਾ ਹੈ ਕਿ ਪਰਮੇਸ਼ਰ ਕੀ ਹੈ, ਲੋਕਾਂ ਦੇ ਵਿਚਕਾਰ ਹੈ। ਹਾਲੇਲੂਇਆ। ਅੱਛਾ, ਤੰਬੂ ਚ ਉੱਥੇ ਵੀ ਮਿਲਾਪ ਦੇ ਤੰਬੂ ਚ ਸੰਦੂਕ ਇੱਧਰ ਉੱਧਰ ਕਰ ਦਿੱਤਾ ਜਾਵੇ ਤਾਂ ਤੇ ਤੰਬੂ ਤੇ ਕੀ ਆਊ? ਉਹ ਜਲਾਲ ਕਿਹੜੇ ਰੂਪ ਚ ਆਊ? ਸ਼ਹਿਰ ਬਣ ਕੇ ਆਊ, ਹਨਾ, ਅੱਗ ਬਣ ਕੇ ਆਊ। ਤਾਂ ਤੰਬੂ ਨੂੰ ਕੀ ਕਰ ਦੂਗਾ? ਸਾੜ ਦੂ। ਹਾਲੇਲੂਇਆ, ਹਾਲੇਲੂਇਆ। ਕਿਉਂਕਿ ਗਾਂ ਜਾ ਕੇ ਅੱਗੇ ਇਹਦੇ ਸਫ਼ਰ ਵੀ ਆ, ਤੰਬੂ ਦੀ ਇਹ ਆਪਣੇ ਸੰਦੂਕ ਦੇ ਸਫ਼ਰ ਵੀ ਆ, ਕਿੱਥੇ ਗਿਆ ਤੇ ਕੀ ਕੁਛ ਹੋਇਆ, ਪਰ ਅਜੇ ਅਸੀਂ ਉਧਰ ਨੂੰ ਨਹੀਂ ਜਾਂਦੇ। ਆ ਜਾਓ ਅਗਲੀ ਗੱਲ, ਇਹ ਪਰਮੇਸ਼ਰ ਦਾ ਵਾਅਦੇ ਦਾ ਪ੍ਰਤੀਕ ਹੈ। ਪਰਮੇਸ਼ਰ ਦੇ ਵਾਅਦੇ ਦਾ ਪ੍ਰਤੀਕ ਹੈ ਜੀ ਇਹ ਸੰਦੂਕ। ਸੰਦੂਕਾਂ ਦਾ ਪ੍ਰਤੀਕ ਹੈ ਜੀ ਪਰਮੇਸ਼ਰ ਦੇ ਵਾਅਦੇ। ਇਹਨੂੰ ਜਦੋਂ ਕੋਈ ਦੇਖਦਾ ਆ ਤੇ ਕੀ ਉਹਨੂੰ ਨਜ਼ਰ ਆ ਰਹੇ ਆ? ਪਰਮੇਸ਼ਰ ਦੇ ਵਾਅਦੇ ਆ। ਇਹ ਪਰਮੇਸ਼ਰ ਦੇ ਵਾਅਦੇ ਦਾ ਪ੍ਰਤੀਕ ਹੈ। ਵਾਅਦੇ ਯਾਦ ਆਉਂਦੇ ਹਨ ਇਸ ਨੂੰ ਦੇਖਣ ਨਾਲ। ਅਗਲੀ ਗੱਲ, ਇਸ ਨੂੰ ਝਾਕਣ ਵਾਲੇ ਮਾਰੇ ਗਏ। ਕਈਆਂ ਨੇ ਕੋਸ਼ਿਸ਼ ਕੀਤੀ ਇਸ ਵਿੱਚ ਕੀ ਕੀਤਾ ਜਾਵੇ? ਝਾਕੀ ਮਾਰੀ ਜਾਵੇ ਤੇ ਆਹ ਢੱਕਣ ਜਿਹੜਾ ਨੇ ਸਾਈਡ ਨੂੰ ਕਰ ਦਿੱਤਾ ਜਾਵੇ ਤੇ ਝਾਤੀ ਮਾਰੀ ਜਾਵੇ। ਜਿੱਦਾਂ ਝਾਤੀ ਮਾਰੀ ਕੀ ਹੋ ਗਏ ਭਲਾ? ਹੱਥ ਲਾਉਣ ਵਾਲੇ ਮਾਰੇ ਗਏ, ਕਿਉਂਕਿ ਇਹਨੂੰ ਹੱਥ ਨਹੀਂ ਲਾਇਆ ਜਾ ਸਕਦਾ ਐਸੇ ਹਿੱਸੇ ਨੂੰ। ਇਹਨੂੰ ਕਾਹਦੇ ਨਾਲ ਚੱਕਣਾ ਆ? ਡੰਡਿਆਂ ਨਾਲ। ਡੰਡਿਆਂ ਦੇ ਵਿੱਚ ਵੀ ਜਿੰਨਾ ਇਹ ਹੱਥ ਨੂੰ ਚੱਕਣ ਵਾਲਾ ਓਨੇ ਨਾਲ ਹੀ ਆ, ਬਾਕੀ ਇੱਥੇ ਕਿਤੇ ਵੀ ਹੱਥ ਲਗਾਇਆ ਜਾ ਸਕਦਾ ਨਹੀਂ। ਔਖਾ ਹੈ ਪ੍ਰੋਗਰਾਮ, ਪਰ ਇਹਦੇ ਆਤਮਿਕ ਭੇਦ ਆਪਾਂ ਗਾਂ ਜਾ ਕੇ ਦੇਖਾਂਗੇ। ਹੱਥ ਲਾਉਣ ਵਾਲੇ ਕੀ ਹੋ ਗਏ ਸੀ ਭਲਾ? ਮਾਰੇ ਗਏ ਸੀ। ਇੱਕ ਵਾਰੀ ਇਦਾਂ ਜਾ ਰਹੇ ਸੀ ਤੇ ਉਹ ਥੋੜਾ ਜਿਹਾ ਇਦਾਂ ਡੋਲ ਗਿਆ ਸੰਦੂਕ, ਹਨਾ, ਤੇ ਇੱਕ ਭਾਈ ਨੇ ਕੀ ਕੀਤਾ, ਉਹਨੂੰ ਸਹਾਰਾ ਦੇਣ ਦੀ ਕੋਸ਼ਿਸ਼ ਕੀਤੀ ਤੇ ਉਹ ਫੁੜਕ ਗਿਆ। ਉੱਥੇ ਖੁਦਾ ਦਾ ਕਹਿਣ ਦਾ ਮਤਲਬ ਸੀ ਮੈਂ ਆਪਣੇ ਆਪ ਨੂੰ ਆਪ ਸੰਭਾਲ ਸਕਦਾ ਹੈ। ਕਿਸੇ ਮਨੁੱਖ ਦੇ ਸਹਾਰੇ ਦੀ ਲੋੜ ਹੈ ਨਹੀਂ। ਕਈ ਵਾਰੀ ਆਪਾਂ ਰੱਬ ਨੂੰ ਸੰਭਾਲਣ ਦੇ ਚੱਕਰਾਂ 'ਚ ਪੈਂਦੇ, ਪ੍ਰਭੂ ਇੱਥੇ ਮੈਂ ਗਲਤ ਬੋਲ ਦਿੰਦਾ ਜਾਂ ਇੱਥੇ ਮੈਂ ਝੂਠ ਬੋਲ ਦਿੰਦਾ ਤਾਂ ਕਿ ਤੇਰੀ ਲਾਜ ਰਹਿ ਜਾਵੇ। ਹਾਂ ਵੀ ਜੇ ਮੈਂ ਇੱਥੇ ਸੱਚ ਬੋਲਿਆ ਵੀ ਤੇਰੇ ਦੇ ਨਾਮ ਨੂੰ ਥੋੜਾ ਹੋਣਾ ਹੈ ਗੜਬੜ, ਤੇ ਮੈਂ ਇੱਥੇ ਕੀ ਕਰਦਾ, ਥੋੜਾ ਮਿਕਸ ਕਰਕੇ ਬੋਲ ਦਿੰਦਾ। ਸਮਝ ਲਓ ਖੁਦਾ ਦੀ ਨਜ਼ਰ ਚੋਂ ਕੀ ਹੋ ਗਏ? ਫੁੜਕ ਗਏ ਆ। ਹਾਲੇਲੂਇਆ। ਤੁਸੀਂ ਸਿੱਧੇ ਹਿਸਾਬ 'ਚ ਰੱਖੋ, ਜਿੰਨੀ ਦੇਰ ਤੱਕ ਆਪਾਂ ਖੁਦਾ ਦੀ ਰਜ਼ਾ ਵਿੱਚ ਨਹੀਂ, ਆਪਾਂ ਮਿੱਟੀ ਆ ਤੇ ਕਿੱਥੇ ਮਿਲ ਜਾਣਾ ਹੈ? ਮਿੱਟੀ ਵਿੱਚ ਮਿਲ ਜਾਣਾ। ਪਰ ਜਦੋਂ ਅਸੀਂ ਰਜ਼ਾ ਦੇ ਵਿੱਚ ਹਾਂ ਤੇ ਅਸੀਂ ਉਹਦੇ ਹੀ ਆ, ਉਹਦਾ ਰੂਪ ਆ, ਉਹਦਾ ਸਰੂਪ ਆ, ਉਹਦੀ ਸੂਰਤ ਦੇ ਆ। ਇੱਕ ਦਿਨ ਉਹਦੀ ਤਖਤ ਤੇ ਹੋਵਾਂਗੇ। ਹਾਲੇਲੂਇਆ। ਬਰਾਬਰ ਹੋਵਾਂਗੇ। ਆ ਜਾਓ। ਜਦੋਂ ਦਾਊਦ ਲੈ ਕੇ ਆਇਆ ਤਾਂ ਜਦੋਂ ਦਾਊਦ ਲੈ ਕੇ ਆਇਆ ਤਾਂ 7 ਕਦਮ ਚੱਲਣ ਤੋਂ ਬਾਅਦ ਬਲੀ ਚੜਾਈ ਜਾਂਦੀ ਸੀ। ਦਾਊਦ ਲੈ ਕੇ ਆਏ ਤਾਂ ਸੰਦੂਕ ਕੀ ਹੋ ਗਿਆ ਸੀ ਭਲਾ? ਫਲਿਸਤੀਆਂ ਦੇ ਉਹ ਚਲਾ ਗਿਆ ਸੀ ਨਾ ਵਾਸੀ ਵਿੱਚ। ਹਾਲੇਲੂਇਆ। ਹਾਂਜੀ ਹਾਂਜੀ ਹਾਂਜੀ। ਤੁਸੀਂ ਉਹਦਾ ਨੰਬਰ ਲਿਖੀ ਚਲੋ। ਨੰਬਰ ਕਿੰਨਾ ਹੋ ਗਿਆ? ਚਲੋ ਨੰਬਰ ਬੋਲਿਆ ਕਰੂੰਗਾ। 18 ਹੋ ਗਿਆ ਨਾ। ਸੋ ਜਦੋਂ ਦਾਊਦ ਲੈ ਕੇ ਆਇਆ 7 ਕਦਮ ਚੱਲਣ ਤੋਂ ਬਾਅਦ ਬਲੀ ਚੜਾਈ ਜਾਂਦੀ ਸੀ। ਪੂਰਾ ਰਸਤਾ ਖੂਨ ਵਾਲਾ ਸੀ। ਇਹਦਾ ਮਤਲਬ ਕਿੰਨੀ ਦੂਰੋਂ ਲੈ ਕੇ ਆਇਆ, ਕਿੰਨੇ ਕਿਲੋਮੀਟਰ ਤੋਂ ਲੈ ਕੇ ਆਇਆ। ਹਰ 7 ਕਦਮ ਜਦੋਂ ਚੱਲਦੇ ਸੀ ਤੇ ਕੀ ਕਰਦੇ ਸੀਗੇ? ਬਲੀ ਚੜਾਉਂਦੇ ਸੀ। ਹਾਲੇਲੂਇਆ। ਬਲੀ ਚੜਾਉਂਦੇ ਸੀ। ਕਦੀ ਦੇਖਿਆ ਕੋਈ ਇਦਾਂ ਦਾ ਸੰਦੂਕ? ਸੰਦੂਕ ਦੇ ਸ਼ਕਲਾਂ ਤਾਂ ਕਈਆਂ ਨੇ ਬਣਾਈਆਂ ਹੋਈਆਂ ਨਾ, ਲੈ ਕੇ ਜਾਂਦੇ ਆ ਆਪਣੇ ਮੰਦਿਰਾਂ 'ਚ, ਗੁਰਦੁਆਰਿਆਂ 'ਚ ਨਾ ਲੈ ਕੇ ਜਾਂਦੇ ਚੱਕ ਕੇ ਸਿਰ ਤੇ। ਉਹ ਵੀ ਇਹਦੀ ਕਾਪੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਪਰ ਝਾੜੂ ਤੇ ਪਾਣੀ ਦੇ ਤਰੌਂਕੇ ਤੋਂ ਇਲਾਵਾ ਹੋਰ ਉੱਥੇ ਕੋਈ ਲਹੂ ਬਹਾਇਆ ਜਾ ਸਕਦਾ? ਲਹੂ ਨਹੀਂ ਬਹਾਇਆ ਜਾ ਸਕਦਾ। ਹਾਲੇਲੂਇਆ। ਪਰ ਇਹਦਾ ਰਸਤਾ ਸਾਰੇ ਦਾ ਸਾਰਾ ਕੀ ਸੀਗਾ? ਲਹੂ।
ਇਹਦਾ ਮਤਲਬ ਹਰ 7 ਕਦਮ ਤੋਂ ਬਾਅਦ ਲਹੂ। ਤੇ ਜਦੋਂ ਦੂਰੋਂ ਦੇਖੋ ਤਾਂ ਸਾਰਾ ਕੀ ਪਿੱਛੇ ਆਉਣ ਲੱਗਦਾ ਹੈ, ਲਹੂ ਹੀ ਲਹੂ। ਅੱਛਾ, ਪੂਰਾ ਰਸਤਾ ਕੀ ਸੀਗਾ? ਖੂਨ ਵਾਲਾ ਸੀਗਾ। ਅਗਲੀ ਗੱਲ ਕਿੰਨਵੀਂ? 19ਵੀਂ ਗੱਲ ਹੈਗੀ ਆ, ਇਹ ਮੂਰਤੀ ਨਹੀਂ ਆ। ਇਹ ਜਿਹੜਾ ਸੰਦੂਕ ਆ, ਜਿੱਦਾਂ ਪਰਮੇਸ਼ਰ ਨੇ ਕਿਹਾ ਕਿ ਮੇਰੇ ਸਾਹਮਣੇ ਕੋਈ ਵੀ ਮੂਰਤ ਸੂਰਤ ਹੋਵੇ ਨਾ, ਇਹ ਕੋਈ ਮੂਰਤੀ ਨਹੀਂ। ਜੇਕਰ ਕਹੇ ਤੁਹਾਡੇ ਵੀ ਤਾਂ ਮੂਰਤੀ ਹੈਗੀ ਹੈ, ਇਹ ਮੂਰਤੀ ਨਹੀਂ। ਨਾ ਆਪਣੇ ਘਰਾਂ 'ਚ ਪੂਜੀ, ਨਾ ਆਪਣੇ ਘਰਾਂ 'ਚ ਲੱਗੀ ਹੁੰਦੀ। ਇਹ ਸਾਨੂੰ ਸਿੱਖਣ ਦੇ ਲਈ ਆ, ਪ੍ਰਭੂ ਦੀ ਯੋਜਨਾ ਨੂੰ ਜਾਂ ਉਹਦੇ ਸੁਭਾਅ ਨੂੰ ਸਮਝਣ ਦੇ ਲਈ ਇਹ ਸਾਨੂੰ ਸਿੱਖਿਆ ਦਿੰਦੀ ਹੈ। ਅਗਲਾ 20ਵਾਂ, ਮਿਲਾਪ ਦਾ ਤੰਬੂ ਅਤੇ ਸੁਲੇਮਾਨ ਦਾ ਮੰਦਿਰ ਅਸਲ ਵਿੱਚ ਸੰਦੂਕ ਦਾ ਘਰ ਹੈ। ਕਿਹਦਾ ਘਰ ਹੈ ਬਈ? ਇਹਦਾ ਮਤਲਬ ਮਿਲਾਪ ਦੇ ਤੰਬੂ ਦੇ ਵਿੱਚ ਆ ਜਿਹੜਾ ਕਾਲੇ ਜਿਹਾ ਆਪਾਂ ਇੱਕ ਕਮਰਾ ਦੇਖਦੇ ਹਾਂ, ਅਸਲ ਵਿੱਚ ਇਹ ਕਮਰਾ ਕਿਹਦਾ ਘਰ ਆ? ਸੰਦੂਕ ਦਾ ਘਰ ਆ। ਸੰਦੂਕ ਨਹੀਂ ਤੇ ਇਸ ਕਮਰੇ ਦੀ ਕੋਈ ਬੁੱਕਤ ਨਹੀਂ। ਖੁਦਾ ਦਾ ਰੂਹ ਸਾਡੇ ਵਿੱਚ ਨਹੀਂ ਤੇ ਸਾਡੀ ਵੀ ਕੋਈ ਬੁੱਕਤ ਨਹੀਂ, ਕਿਉਂਕਿ ਖੁਦਾ ਨੇ ਬਣਾਇਆ ਹੀ ਇਹ ਕਾਹਦੇ ਲਈ ਤੰਬੂ ਆ? ਆਪਣੇ ਵਾਸ ਕਰਨ ਦੇ ਲਈ, ਜਿਹੜਾ ਆਪਾਂ ਚਰਚ ਵਿੱਚ ਵਿਸ਼ਾ ਸੁਣ ਰਹੇ ਹਾਂ। ਆਜੋ, ਮਿਲਾਪ ਦਾ ਤੰਬੂ ਤੇ ਸੁਲੇਮਾਨ ਦਾ ਮੰਦਿਰ। ਇਧਰ ਉਧਰ ਤੰਬੂ ਸੀਗਾ ਮੂਸਾ ਦੇ ਜ਼ਮਾਨੇ 'ਚ, ਸੁਲੇਮਾਨ ਦੇ ਜ਼ਮਾਨੇ 'ਚ ਕੀ ਬਣ ਗਿਆ? ਮੰਦਿਰ ਬਣ ਗਿਆ। ਮੂਸਾ ਦੇ ਜ਼ਮਾਨੇ 'ਚ ਕੱਪੜੇ ਵਗੈਰਾ ਦਾ, ਕਨਾਤ ਦਾ, ਔਰ ਇੱਥੇ ਕਿਹੜਾ ਕਾਹਦਾ ਬਣ ਗਿਆ? ਲੱਕੜ ਦਾ, ਪੱਥਰ ਦਾ। ਠੀਕ ਹੈ, ਇਹ ਅਸਲ 'ਚ ਹੈ ਕਿਹਦਾ ਘਰ ਆ? ਸੰਦੂਕ ਦਾ। ਠੀਕ ਹੈ, ਅਗਲਾ 21ਵੀਂ ਗੱਲ, ਪਰਮੇਸ਼ਰ ਨੇ ਖੁਦ ਆਗਿਆ ਦਿੱਤੀ ਹੈ। ਇਹਦੇ ਲਈ ਪਰਮੇਸ਼ਰ ਨੇ ਕੀ ਕੀਤਾ ਭਲਾ? ਖੁਦ ਆਗਿਆ ਦਿੱਤੀ ਆ ਵੀ ਕੀ ਕਰਨਾ ਆ? ਬਣਾਉਣਾ ਆ। ਹਾਲੇਲੂਇਆ, ਹਾਲੇਲੂਇਆ। ਸੋ ਜਿਹੜਾ ਵੀ ਤੰਬੂ, ਖੁਦਾ ਦਾ ਤੰਬੂ ਸਜਾਉਣਾ ਚਾਹੁੰਦਾ ਆ, ਉਹਦੇ ਅੰਦਰ ਸੰਦੂਕ ਹੋਣਾ ਬਹੁਤ ਜ਼ਰੂਰੀ ਆ। ਕਿਉਂਕਿ ਸੰਦੂਕ ਹੋਊਗਾ ਤੇ ਵਿਧੀਆਂ ਕਾਨੂੰਨ ਅੰਦਰ ਹੋਣਗੇ, ਰੱਖੇ ਜਾ ਸਕਦੇ ਆ। ਮੰਨਾ ਜਿਹੜਾ ਆ, ਉਹ ਮੰਨੇ ਦਾ ਵਰਤਮਾਨ ਆ, ਉਹ ਰੱਖਿਆ ਜਾ ਸਕਦਾ। ਹਰੂਨ ਦੀ ਛੜੀ ਜਿਹਨੂੰ ਕਲੀਆਂ ਤੇ ਬਦਾਮ ਲੱਗੇ ਸੀਗੇ, ਉਹ ਰੱਖਿਆ ਜਾ ਸਕਦਾ। ਕਿ ਫਲਦਾਰ ਜੀਵਨ ਹੋ ਸਕਦਾ। ਗਾਂ ਜਾ ਕੇ ਇਹਨਾਂ ਨੂੰ ਦੇਖਾਂਗੇ ਕਲੀ ਕਲੀ। ਹਾਲੇਲੂਇਆ। ਸੋ ਪਰਮੇਸ਼ਰ ਨੇ ਆਗਿਆ ਦਿੱਤੀ ਹੈ। ਅੱਗੇ ਆ ਜਾਓ, ਪੜ੍ਹ ਲਓ ਕੂਚ ਦੀ ਕਿਤਾਬ 26 ਅਧਿਆਇ 33 ਆਇਤ। ਕੁਝ ਵਚਨਾਂ ਦੇ ਵਿੱਚ ਪੁਆਇੰਟ ਜਿਹੜੇ ਆ, ਜ਼ਿਆਦਾ ਪੈਰਾਗ੍ਰਾਫ ਲਿਖਣ ਨਾਲੋਂ ਅਸੀਂ ਉਹਨਾਂ ਨੂੰ ਪੁਆਇੰਟ ਕਰਕੇ ਤੁਹਾਨੂੰ ਦੇ ਰਹੇ ਤਾਂ ਕਿ ਤੁਹਾਨੂੰ ਸੌਖਾ ਸਮਝ ਆ ਜਾਵੇ। 1 2 3 4 10 20 ਤੱਕ ਇਦਾਂ ਦੇ ਪੁਆਇੰਟ ਹੈਗੇ। ਕੁਝ ਦੀ ਕਿਤਾਬ 26 ਅਧਿਆਇ ਦੀ 33 ਆਇਤ। ਤੂੰ ਪਰਦੇ ਨੂੰ ਕੁੰਡੀਆਂ ਦੇ ਹੇਠ ਲਮਕਾਵੀਂ, ਔਰ ਤੂੰ ਉੱਥੇ ਉਸ ਪਰਦੇ ਦੇ ਅੰਦਰ ਸਾਖੀ ਦੇ ਸੰਦੂਕ ਨੂੰ ਲਿਆਵੀਂ, ਅਤੇ ਇਹ ਪਰਦਾ ਤੁਹਾਡੇ ਲਈ ਪਵਿੱਤਰ ਅਸਥਾਨ ਨੂੰ ਅਤ ਪਵਿੱਤਰ ਅਸਥਾਨ ਤੋਂ ਵੱਖਰਾ ਕਰੇਗਾ। ਹਾਂ, ਇਹ ਜਿਹੜਾ ਪਰਦਾ, ਇੱਕ ਵਿੱਚ ਪਰਦੇ ਦਾ ਵੀ ਆਪਾਂ ਜ਼ਿਕਰ ਆ ਨਾ, ਕਮਰਾ ਇੱਕ ਆ ਪਰ ਵਿੱਚ ਪਰਦਾ ਆ। ਠੀਕ ਹੈ, ਉਹ ਜਿਹੜਾ ਪਰਦਾ ਆ, ਉਹਦੇ ਬਾਰੇ ਆਪਾਂ ਕਾਫੀ ਕੁਝ ਸਿੱਖਿਆ। ਆਜੋ ਥੋੜਾ ਲਿਖ ਲਓ। ਮੰਦਰ ਦੇ ਅੰਦਰ ਦੋ ਸਥਾਨ ਹਨ। ਜਿੱਦਾਂ ਸਾਡੇ ਇਸ ਬਾਡੀ ਦੇ ਅੰਦਰ ਦੋ ਸਥਾਨ ਆ, ਇੱਕ ਹੈਗਾ ਆ ਪ੍ਰਾਣ ਤੇ ਇੱਕ ਸਾਡੀ ਆਤਮਾ। ਮੰਦਰ ਦੇ ਅੰਦਰ ਦੋ ਸਥਾਨ ਹਨ ਜੋ ਪਵਿੱਤਰ ਸਥਾਨ ਨੂੰ ਅਤ ਪਵਿੱਤਰ ਸਥਾਨ ਤੋਂ ਅਲੱਗ ਕਰਦਾ ਹੈ। ਇਹ ਪਰਦਾ ਜਿਹੜਾ ਆ ਪਵਿੱਤਰ ਸਥਾਨ ਨੂੰ ਅਤ ਪਵਿੱਤਰ ਸਥਾਨ ਤੋਂ ਕੀ ਕਰਦਾ? ਭਲਾ ਅਲੱਗ ਕਰਦਾ। ਅਗਲੇ ਹਿੱਸੇ ਨੂੰ ਪਵਿੱਤਰ ਸਥਾਨ ਬੋਲਿਆ ਜਾਂਦਾ, ਉਹ ਤੋਂ ਅਗਲੇ ਹਿੱਸੇ ਨੂੰ ਅਤ ਪਵਿੱਤਰ ਸਥਾਨ ਬੋਲਿਆ ਜਾਂਦਾ। ਯਾਨੀ ਕਿ ਅਗਲੇ ਹਿੱਸੇ ਨੂੰ ਪ੍ਰਾਣ ਬੋਲਿਆ ਜਾਂਦਾ, ਉਹ ਤੋਂ ਅਗਲੇ ਹਿੱਸੇ ਨੂੰ ਕੀ ਬੋਲਿਆ ਜਾਂਦਾ? ਆਤਮਾ, ਮਨੁੱਖ ਦਾ ਆਤਮਾ, ਜਿਹਦੇ ਵਿੱਚ ਪਰਮੇਸ਼ਰ ਦੇ ਆਤਮਾ ਨੇ ਆਉਣਾ। ਜਿਹੜੇ ਆਤਮਾ ਵਿੱਚ ਪਰਮੇਸ਼ਰ ਦਾ ਆਤਮਾ ਆ ਗਿਆ, ਉਹ ਖੁਦਾ ਦਾ ਸੰਦੂਕ ਬਣ ਗਿਆ। ਹਾਲੇਲੂਇਆ, ਹਾਲੇਲੂਇਆ। ਆਜੋ ਸੋ ਲਿਖੋ। ਅਲੱਗ ਕਰਦਾ ਹੈ। 8 ਸੈਂਟੀਮੀਟਰ ਮੋਟਾ ਪਰਦਾ ਸੀ। ਕਿੰਨੇ ਸੈਂਟੀਮੀਟਰ? 8 ਸੈਂਟੀਮੀਟਰ। 8 ਸੈਂਟੀਮੀਟਰ ਕਿੰਨਾ ਹੁੰਦਾ ਅੰਦਾਜ਼ਾ? ਪੌਣੇ 4 ਇੰਚ। ਸਮਝਦੇ? ਕਮ ਸੇ ਕਮ ਇੰਨਾ ਤਾਂ ਨਾਪ ਤੋਂ ਪਤਾ। ਪੌਣੇ 4 ਹੋ ਕਿ ਨਹੀਂ? ਇੰਨਾ
ਇੰਨਾ। ਹਾਲੇਲੂਇਆ। ਇੰਨਾ ਮੋਟਾ ਹੈ ਜੀ। ਆ ਕਿੰਨਾ ਹੈ? ਕਿੰਨਾ ਮੋਟਾ? ਆ ਕਿੰਨਾ ਮੋਟਾ ਬਈ? 1 mm ਮਸਾਈਆਂ। ਤੇ ਉਹ ਕਿੰਨਾ ਆ? ਇੰਨਾ ਮੋਟਾ ਆ ਪੜਦਾ, ਜਿਹੜਾ ਕੀ ਕਰਦਾ ਸੀ? ਪਵਿੱਤਰ ਸਥਾਨ ਨੂੰ ਅਤੀ ਪਵਿੱਤਰ ਸਥਾਨ ਤੋਂ ਵੱਖਰਾ ਕਰਦਾ ਸੀ। ਇਹ ਇੱਕ ਦਿਨ ਯਿਸੂ ਦੇ ਸਲੀਬ ਤੇ ਜਾਨ ਦੇਣ ਵੇਲੇ ਪਾਟ ਗਿਆ ਤੇ ਦੁਨੀਆ ਨੂੰ ਕਹਿਤਾ, ਆ ਜਾਓ ਆਪਣੇ ਪ੍ਰਮਾਤਮਾ ਨਾਲ ਸਿੱਧਾ ਹੀ ਮਿਲਾਪ ਕਰ ਲਓ। ਹਾਲੇਲੂਇਆ। ਹੁਣ ਪੁੱਠੇ ਸਿੱਧੇ ਲਟਕਣ ਦੀ ਲੋੜ ਨਹੀਂ। ਹਾਲੇਲੂਇਆ। ਹੁਣ ਕਿਤੇ ਪਹਾੜਾਂ ਤੇ ਭੱਜਣ ਦੀ ਲੋੜ ਨਹੀਂ। ਆ ਜਾਓ। ਨਿਸ਼ਚਿਤ ਜਾਂ ਨਿਸ਼ਚਿਤ ਹੁੰਦਾ ਇਹ ਚੁਣਿਆ ਹੋਇਆ ਦਿਨ। ਨਿਸ਼ਚਿਤ ਦਿਨ ਤੇ ਹੀ ਮਹਾਜਾਜਕ ਅੰਦਰ ਜਾ ਸਕਦਾ ਹੈ। ਠਹਿਰਾਏ ਹੋਏ ਸਮੇਂ ਤੇ। ਉਦਾਂ ਵੀ ਐਵੇਂ ਨਹੀਂ ਜਦੋਂ ਮਰਜ਼ੀ ਚੱਲ ਜਵੇ, ਇਦਾਂ ਦਾ ਉਹ ਸਮਾਂ ਸੀ। ਹਾਲੇਲੂਇਆ। ਅੱਜ ਦੂਸਰਾ ਇਤਿਹਾਸ 8 ਅਧਿਆਇ ਉਹਦੀ 11 ਆਏ। दूसरा इतिहास 8:11 है। पक्का तेज कर दिए? अजे तो बहुत ठंड होया करनी है, तुम हुणे इदां हो गए। हाँ जी। ਸੁਲੇਮਾਨ ਫਿਰੌਨ ਦੀ ਧੀ ਨੂੰ ਦਾਊਦ ਦੇ ਸ਼ਹਿਰ ਵਿੱਚੋਂ ਉਸ ਮਹਿਲ ਵਿੱਚ ਜੋ ਉਸ ਦੇ ਲਈ ਬਣਾਇਆ ਸੀ ਲੈ ਆਇਆ, ਕਿਉਂ ਜੋ ਉਹਨੇ ਆਖਿਆ ਕਿ ਮੇਰੀ ਰਾਣੀ ਇਜ਼ਰਾਈਲ ਦੇ ਪਾਤਸ਼ਾਹ ਦਾਊਦ ਦੇ ਮਹਿਲ ਵਿੱਚ ਨਹੀਂ ਰਹੇਗੀ, ਕਿਉਂ ਜੋ ਉਹ ਅਸਥਾਨ ਪਵਿੱਤਰ ਹਨ ਜਿਨ੍ਹਾਂ ਵਿੱਚ ਯਹੋਵਾ ਦਾ ਸੰਦੂਕ ਆ ਗਿਆ ਹੈ। ਹਾਂ ਲਿਖੋ, ਜਿਸ ਸਥਾਨ ਤੇ ਸੰਦੂਕ ਠਹਿਰਿਆ, ਧਿਆਨ ਦਿਓ, ਗੱਲਾਂ ਵੱਲ ਧਿਆਨ ਵੀ ਦਿਓ। ਜਿਸ ਸਥਾਨ ਤੇ ਸੰਦੂਕ ਠਹਿਰਿਆ ਉਸ ਸਥਾਨ ਨੂੰ ਪਵਿੱਤਰ ਸਥਾਨ ਮੰਨਿਆ ਗਿਆ। ਇੱਥੇ ਠਹਿਰ ਗਿਆ। ਹਾਲੇਲੂਇਆ। ਉਹ ਥਾਂ ਨੂੰ ਕੀ ਕੀਤਾ ਗਿਆ? ਪਵਿੱਤਰ ਸਥਾਨ ਮੰਨਿਆ। ਸੋ ਜਿਨ੍ਹਾਂ ਅੰਦਰ ਵੀ ਆ ਜਾਊਗਾ ਪ੍ਰਮਾਤਮਾ ਨੂੰ ਕੀ ਮੰਨੂਗਾ? ਪਵਿੱਤਰ ਸਥਾਨ। ਇਹ ਮੇਰਾ ਪਵਿੱਤਰ ਜਾਣਿਆ। ਹਾਲੇਲੂਇਆ। ਹਾਲੇਲੂਇਆ। ਨੰਬਰ 1, ਸੁਲੇਮਾਨ ਫਿਰੌਨ ਦੀ ਬੇਟੀ ਨਾਲ ਸ਼ਾਦੀ ਕਰਕੇ ਲੈ ਤਾਂ ਆਇਆ। ਸੁਲੇਮਾਨ ਉਹਨਾਂ ਦਿਨਾਂ ਦੇ ਵਿੱਚ ਸ਼ਾਦੀ ਕਿਹਦੇ ਨਾਲ ਕੀਤੀ ਸੀਗੀ? ਫਿਰੌਨ ਦੀ ਬੇਟੀ ਦੇ ਨਾਲ। ਫਿਰੌਨ ਮੀਨ ਮਿਸਰ ਦੇ ਰਾਜਾ ਦੇ ਨਾਲ, ਰਾਜਾ ਦੀ ਬੇਟੀ ਦੇ ਨਾਲ। ਮਿਸਰ ਮੀਨ ਅੱਜ ਕੱਲ ਦਾ ਅਮਰੀਕਾ ਸੰਸਾਰ ਦਾ ਹੈਗਾ ਹੀ ਹੈ ਅਮਰੀਕਾ। ਯਾਨੀ ਕਿ ਜਿੱਦਾਂ ਅਮਰੀਕਾ ਨੂੰ ਆਪਾਂ ਮੰਨਦੇ ਨਾ ਪਾਵਰਫੁਲ, ਇਸ ਟਾਈਮ ਉਹਨਾਂ ਜ਼ਮਾਨਿਆਂ ਵਿੱਚ ਕੌਣ ਸੀਗਾ? ਮਿਸਰ ਸੀ। ਤੇ ਫਿਰ ਰਾਜਾ ਵੀ ਮੰਨਿਆ ਜਾਂਦਾ। ਪਾਵਰਫੁਲ ਰਾਜਾ ਦੀ ਧੀ ਦੇ ਨਾਲ ਸੁਲੇਮਾਨ ਨੇ ਸ਼ਾਦੀ ਕੀਤੀ, ਹਨਾ। ਲੈ ਤਾਂ ਆਇਆ, ਪਰ ਦਾਊਦ ਦੇ ਮਹਿਲ ਵਿੱਚ ਉਸ ਨੂੰ ਕੋਈ ਜਗ੍ਹਾ ਨਾ ਮਿਲੀ। ਦੇਖੋ, ਏਡੇ ਵੱਡੇ ਰਾਜੇ ਦੀ ਬੇਟੀ ਨੂੰ ਦਾਊਦ ਦੇ ਮਹਿਲ ਵਿੱਚ ਜਗ੍ਹਾ ਨਹੀਂ ਮਿਲੀ, ਉਹਨੂੰ ਅਲੱਗ ਹੀ ਮਹਿਲ ਬਣਾ ਕੇ ਦਿੱਤਾ। ਹਾਲੇਲੂਇਆ। ਕਿਉਂਕਿ ਦਾਊਦ ਦੇ ਮਹਿਲ ਦੇ ਵਿੱਚ ਕੀ ਪਿਆ ਸੀਗਾ? ਸੰਦੂਕ। ਇਸ ਲਈ ਉਹ ਜਗ੍ਹਾ ਕੀ ਮੰਨੀ ਗਈ ਸੀ? ਪਵਿੱਤਰ। ਜਿੱਦਾਂ ਪੜ੍ਹ ਕੇ ਆਏ ਆਪਾਂ। ਹਾਲੇਲੂਇਆ। ਹਾਲੇਲੂਇਆ। ਇਸ ਲਈ ਕਿਸੇ ਦੀ ਵੀ ਬੇਟੀ ਹੋਵੇ, ਕੋਈ ਵੀ ਹੋਵੇ, ਜਿੱਥੇ ਇਹ ਪਵਿੱਤਰ ਸਥਾਨ ਦਾ ਜਗ੍ਹਾ ਹੈਗੀ ਆ, ਉੱਥੇ ਕੋਈ ਬਾਹਰਲੀ ਆ ਸਕਦੀ ਨਹੀਂ। ਕੋਈ ਓਪਰੀ ਤਲੀਮ ਦਾ ਉੱਥੇ ਕੋਈ ਟਿਕਾਣਾ ਹੈ ਨਹੀਂ। ਹਾਲੇਲੂਇਆ। ਜਿਹੜੇ ਓਪਰੇ ਦੇਵਤਿਆਂ ਨੂੰ ਪੂਜਦੇ ਆ, ਓਪਰਿਆਂ ਦੇ ਨਾਲ ਲੱਗੇ ਰਹਿੰਦੇ, ਉਹਨਾਂ ਦਾ ਇੱਥੇ ਕੋਈ ਵੀ ਮਤਲਬ ਹੈ ਨਹੀਂ। ਹਾਂਜੀ। ਨੰਬਰ 3, ਇਸ ਦਾ ਮਤਲਬ ਜਿੱਥੇ ਮੈਂ ਜਾਂਦਾ ਹਾਂ ਉਹ ਸਥਾਨ ਪਵਿੱਤਰ ਠਹਿਰਦਾ ਹੈ। ਇਸ ਦਾ ਮਤਲਬ ਜਿੱਥੇ ਮੈਂ ਜਾਂਦਾ, ਸੰਦੂਕ ਕੀ ਕਹਿ ਰਿਹਾ ਹੈ? ਜਿੱਥੇ ਮੈਂ ਜਾਣਾ ਨਾ ਉਹ ਸਥਾਨ ਕਿੰਦਾ ਆ? ਪਵਿੱਤਰ ਠਹਿਰ। ਅੱਗਿਓਂ ਅਗਲੀ ਗੱਲ, ਇਸੇ ਲਈ ਸੁਲੇਮਾਨ ਆਪਣੀ ਪਤਨੀ ਨੂੰ ਮਹਿਲ ਵਿੱਚ ਲੈ ਕੇ ਆ ਗਿਆ। ਅਗਲੀ ਗੱਲ, ਜਦੋਂ ਸੰਦੂਕ ਨੂੰ ਦੇਖਦੇ ਹਾਂ
ਤਾਂ ਮਸੀਹ ਨੂੰ ਦੇਖਦੇ ਹਾਂ। ਹੋਰ ਕੀ ਇਹਦੇ ਵਿੱਚੋਂ ਦਿਸਦਾ ਬਈ? ਮਸੀਹ। ਜਦੋਂ ਸੰਦੂਕ ਨੂੰ ਦੇਖਦੇ ਹਾਂ, ਮਸੀਹ ਨੂੰ ਦੇਖਦੇ ਹਾਂ ਕਿ ਯਿਸੂ ਕੌਣ ਹੈ। ਹਾਲੇਲੂਇਆ। ਨੂਹ ਦਾ ਬਣਾਇਆ ਜਹਾਜ਼ ਯਿਸੂ ਦੀ ਛਾਇਆ ਹੈ। ਕੌਣ ਕੌਣ ਆ? ਸੰਦੂਕ ਵੀ ਯਿਸੂ ਦੀ ਛਾਇਆ, ਯਿਸੂ ਦੀ ਤਸਵੀਰ ਆ। ਔਰ ਨੂਹ ਦਾ ਬਣਾਇਆ ਜਿਹੜਾ ਜਹਾਜ਼ ਸੀ, ਜਿਹੜਾ ਨੂਹ ਦੇ ਵੇਲੇ ਵਿੱਚ ਸਾਰਾ ਸੰਸਾਰ ਡੋਬ ਦਿੱਤਾ ਗਿਆ ਸੀਗਾ, ਪਰ ਨੂਹ ਤੇ ਉਹਦਾ ਜਹਾਜ਼ ਤੇ ਉਹਦਾ ਪਰਿਵਾਰ ਕੀ ਹੋਏ ਸੀ ਉਸ ਟਾਈਮ? ਬਚੇ ਸੀਗੇ। ਨੂਹ ਦੇ ਪਰਿਵਾਰ ਦਾ ਬਚਣ ਦਾ ਕਾਰਨ ਕੀ ਸੀਗਾ? ਜਿਹੜਾ ਜਹਾਜ਼ ਬਣਾਇਆ ਸੀਗਾ, ਉਹ ਵੀ ਕਿਹਦੀ ਤਸਵੀਰ ਆ? ਹਾਂ, ਇਹਦਾ ਮਤਲਬ ਨੂਹ ਦੇ ਜਹਾਜ਼ ਨੇ ਵੀ ਦੁਨੀਆ ਨੂੰ ਕੀ ਕੀਤਾ? ਉਹਨਾਂ ਨੂੰ ਕੀ ਕੀਤਾ? ਛੁਟਕਾਰਾ ਦਿੱਤਾ ਨੂਹ ਦੇ ਪਰਿਵਾਰ ਨੂੰ। ਇਹ ਸੰਦੂਕ ਵੀ ਕੀ ਕਰ ਰਿਹਾ ਆ? ਛੁਟਕਾਰਾ ਦੇ ਰਿਹਾ। ਔਰ ਇਹ ਜਗ੍ਹਾ ਤੇ ਆ ਜਾਓ ਅੱਗੇ। ਮੂਸਾ ਦੀ ਮਾਂ ਦੁਆਰਾ ਬਣਾਈ ਟੋਕਰੀ ਵੀ ਮਸੀਹ ਦੀ ਛਾਇਆ ਹੈ। ਜਦੋਂ ਸਾਰੇ ਬੱਚੇ ਮਾਰੇ ਜਾ ਰਹੇ ਸੀ ਉੱਥੇ 2 ਸਾਲ ਤੱਕ ਦੀ ਉਮਰ ਦੇ, ਹਨਾ, ਸਾਰੇ ਬੱਚੇ ਮਾਰੇ ਜਾ ਰਹੇ ਸੀਗੇ ਮੂਸਾ ਦੇ ਵੇਲੇ ਵਿੱਚ। ਜਦੋਂ ਮੂਸਾ ਦਾ ਜਨਮ ਹੋਇਆ ਤੇ ਮੂਸਾ ਜਦੋਂ ਉਹਨਾਂ ਨੇ ਲੁਕੋ ਕੇ ਰੱਖ ਲਿਆ ਵੀ ਇਹਨੂੰ ਮਰਨ ਨਹੀਂ ਦੇਣਾ, ਹਨਾ, ਤੇ ਬਾਣੀ ਦੱਸਦੀ ਹੈ ਜਦੋਂ ਫਿਰ ਥੋੜੇ ਜਿਹਾ ਉਹਨੂੰ ਸੁਰਤ ਆਈ ਬੱਚੇ ਨੂੰ ਤੇ ਉਹਦੀਆਂ ਚੀਕਾਂ ਚੁੱਕਾਂ ਦਾ ਕਰਕੇ ਉਹ ਫਿਰ ਰੋਏ ਰੱਪੇ ਦਾ ਕਰਕੇ ਪਤਾ ਲੱਗਣਾ ਸ਼ੁਰੂ ਹੋਇਆ, ਹਨਾ। ਉਹਨਾਂ ਨੇ ਕਿਹਾ ਇਹ ਤੋਂ ਪਹਿਲਾਂ ਕਿ ਉਹਨਾਂ ਦੇ ਹੱਥ ਲੱਗ ਜਾਵੇ ਜਿਹਨਾਂ ਨੇ ਇਹਨੂੰ ਵੱਢ ਦੇਣਾ ਆ, ਆਪਾਂ ਇਹਨੂੰ ਕੀ ਕਰਦੇ ਆ? ਆਪਣੀਆਂ ਅੱਖਾਂ ਦੇ ਸਾਹਮਣੇ ਇਹਨੂੰ ਵੱਢ ਨਹੀਂ ਹੋਣ ਦੇਣਾ। ਆਪਾਂ ਇਦਾਂ ਕੀ ਕਰਦੇ? ਮਾਵਾਂ ਧੀਆਂ ਸਲਾਹ ਬਣਾਈ, ਅਸੀਂ ਇੱਕ ਟੋਕਰੀ ਬਣਾਉਨੇ ਆ ਤੇ ਬੱਚੇ ਨੂੰ ਉਹਦੇ ਵਿੱਚ ਰੱਖ ਦਿੰਨੇ ਆ ਤੇ ਨਦੀ ਵਿੱਚ ਕੀ ਕਰ ਦਿੰਨੇ ਆ? ਬਹਾ ਦਿੰਨੇ ਆ, ਰੱਬ ਆਸਰੇ ਛੱਡ ਦਿੰਨੇ ਆ। ਨਦੀ ਚਾਹੇ ਤਾਂ ਡੋਬ ਦੇਵੇ ਤੇ ਨਦੀ ਚਾਹੇ ਤਾਂ ਤਾਰ ਦੇਵੇ। ਹਾਲੇਲੂਇਆ। ਕੁਦਰਤੀ ਉਸ ਟੋਕਰੀ ਦੇ ਵਿੱਚ ਕੀ ਸੀਗਾ? ਮੂਸਾ ਸੀਗਾ। ਤੇ ਉਹ ਟੋਕਰੀ ਕਿੱਧਰ ਨੂੰ ਚਲ ਗਈ? ਜਿੱਥੇ ਫਰੌਨ ਦੀ ਬੇਟੀ ਇਸ਼ਨਾਨ ਕਰਦੀ ਸੀ ਆਪਣੀਆਂ ਸਹੇਲੀਆਂ ਦੇ ਨਾਲ। ਉਹ ਉੱਥੇ ਇੱਕ ਪੜਾਅ ਬਣਿਆ ਪਿਆ ਸੀਗਾ, ਉਸ ਕਿਨਾਰੇ ਦੇ ਨਾਲ ਇੱਕ ਵਧੀਆ ਤਰੀਕੇ ਦਾ ਸਿਸਟਮ ਬਣਿਆ ਪਿਆ ਸੀ ਜਿੱਥੇ ਉਹ ਨਹਾਉਂਦੀਆਂ ਹੁੰਦੀਆਂ ਸੀਗੀਆਂ। ਤੇ ਉਹ ਟੋਕਰੀ ਕਿੱਧਰ ਨੂੰ ਚਲ ਗਈ? ਉਧਰ ਨੂੰ ਚਲ ਗਈ। ਉਹਨਾਂ ਨੇ ਦੇਖਿਆ, ਕਹਿੰਦੇ ਦੇਖੋ ਕੀ ਆ, ਤੇ ਉਹ ਬੱਚਾ ਸੀਗਾ, ਇਹੀ ਸੀਗਾ। ਹਾਲੇਲੂਇਆ। ਉਹ ਫਰੌਨ ਦੀ ਬੇਟੀ ਨੇ ਕੀ ਕੀਤਾ? ਉਹਨੂੰ ਅਪਣਾ ਲਿਆ, ਉਹਨੂੰ ਆਪਣੇ ਬੇਟਾ ਬਣਾ ਲਿਆ ਤੇ ਮਹਿਲ ਵਿੱਚ ਉਹ ਬੱਚਾ ਚਲਾ ਗਿਆ। ਹਾਲੇਲੂਇਆ, ਹਾਲੇਲੂਇਆ। ਸੋ ਇਹਦਾ ਮਤਲਬ ਆ ਮਿਸਰ ਨੂੰ ਨਾਸ਼ ਕਰਨ ਵਾਲਾ ਮਿਸਰ ਦੇ ਮਹਿਲਾਂ ਵਿੱਚ ਕੀ ਹੋ ਰਿਹਾ ਭਲਾ? ਪਲ ਰਿਹਾ, ਤੇ ਮਿਸਰ ਨੂੰ ਪਤਾ ਹੀ ਨਹੀਂ। ਹਾਲੇਲੂਇਆ। ਖੁਦਾ ਦੇ ਪਲਾਨ ਦੇਖ ਲਓ, ਛੁਟਕਾਰੇ ਦੇ ਪਲਾਨ ਦੇਖ ਲਓ। ਆ ਜਾਓ ਇੱਕ ਗੱਲ ਹੋਰ ਲਿਖ ਕੇ ਪ੍ਰਾਰਥਨਾ ਕਰਦੇ। ਇੱਕ ਵਿੱਚ 8 ਲੋਕ ਬਚ ਗਏ, ਜਿਹੜਾ ਨੂਹ ਦਾ ਜਹਾਜ਼ ਸੀ। ਇੱਕ ਵਿੱਚ ਮੂਸਾ ਬਚ ਗਿਆ। ਹਾਲੇਲੂਇਆ। ਇਸ ਲਈ ਜੋ ਮਸੀਹ ਨੂੰ ਸਮਝ ਗਿਆ ਉਸ ਦੀ ਚਾਲ ਚੱਲਣ ਵਿੱਚ ਫਰਕ ਆਉਂਦਾ ਹੈ। ਕੀ ਹੁੰਦਾ ਬਈ? ਫਰਕ ਆਉਂਦਾ। ਸੋ ਇੱਥੋਂ ਆਪਾਂ ਸਮਾਪਤ ਕਰਦੇ ਹਾਂ, ਫਿਰ ਕੱਲ ਖੁਦਾ ਚਾਹੂਗਾ ਤਾਂ ਸੁਣਾਂਗੇ। ਥੋੜਾ ਥੋੜਾ ਕਰਕੇ ਹੀ ਮਿਲੂਗਾ। ਇਹ ਖੁਰਾਕ ਭਾਰੀ ਹੈ, ਹੈਵੀ ਬਹੁਤ ਹੈ। ਖੁਦਾਵੰਦ ਤੇਰੀ ਤਾਰੀਫ ਧੰਨਵਾਦ ਹੋ ਅੱਜ ਦੇ ਅੱਛੇ ਸਮੇਂ ਲਈ। ਬੈਠ ਕੇ ਜਦੋਂ ਵਚਨ ਤੇ ਮਨਨ ਹੋ ਰਿਹਾ ਹੈ, ਸੰਦੂਕ ਦੇ ਵਿੱਚ ਖੁਦਾਵੰਦ ਅਸੀਂ ਝਾਤੀ ਮਾਰ ਰਹੇ ਹਾਂ। ਪ੍ਰਭੂ ਮੈਂ ਪ੍ਰਾਰਥਨਾ ਕਰਦਾ ਇਸ ਸੰਦੂਕ ਤੋਂ ਜਿੰਨੀਆਂ ਵੀ ਖੁਦਾਵੰਦ ਸਾਡੇ ਭਲੇ ਦੀਆਂ ਗੱਲਾਂ, ਸਾਡੀ ਖੁਦਾਵੰਦ ਤਰੱਕੀ ਦੀਆਂ ਗੱਲਾਂ, ਸਾਡਾ ਤੇਰੇ ਰੂਪ ਤੇ ਬਣਨ ਦੀਆਂ ਗੱਲਾਂ, ਉਹ ਸਾਰੀਆਂ ਪ੍ਰਗਟ ਹੋ ਜਾਣ ਪ੍ਰਭੂ ਯਿਸੂ ਮਸੀਹ ਨਾਮ ਦੇ ਵਿੱਚ। ਆਮੀਨ। ਹੁਣ ਸਾਡੇ ਖੁਦਾਵੰਦ ਦਾ ਫਜ਼ਲ, ਬਾਪ ਦੀ ਮੁਹੱਬਤ, ਪਵਿੱਤਰ ਆਤਮਾ ਦੀ ਪਾਤਸ਼ਾਹ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਸਭ ਇਮਾਨਦਾਰਾਂ ਮੁਕੱਦਸਾਂ ਨਾਲ ਨਾਮ ਦੀ ਰਹੇ। ਆਮੀਨ। ਹਾਲੇਲੂਇਆ।